वाहे गुरु 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 बादल बिन बरखा होई, 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 बरखा 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 बरखा, बादल बिन बरखा होई, बादल बिन बरखा होई, बादल बिन बरखा होई, बादल बिन बरखा होई, यह तत् विचारे कोई, यह तत् विचारे कोई, यह तत् विचारै कोई, यह तत् विचारै कोई, ज्ञान की आई आंधी, ज्ञान की आई आंधी, ज्ञान की आई आंधी, ज्ञान की आई आंधी, देखो पाई, देखो पाई, देखो पाई, देखो पाई, ज्ञान की आई आंधी, ज्ञान की आई आंधी, सबे उडानी भ्रम की टाटी, सबे उडानी भ्रम की टाटी, रह न माया बांधी, रह न माया बांधी, रह न माया बांधी, रह न माया बांधी, ज्ञान की आई आंधी, ज्ञान की आई आंधी, ज्ञान की आई आंधी, ज्ञान की आई आंधी, अणमड़िया
ਮੰਦਲ ਬਾਜੈ ਬਿਨ ਸਾਵਣ, ਘਨ ਹਰਿ ਗਾਜੈ ਬਾਦਲ ਬਿਨ ਬਰਖਾ ਹੋਈ। ਯਹ ਤਤ ਵਿਚਾਰੈ ਕੋਈ, ਸੁਕਾ ਹੋਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ, ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘੜਤ ਘੜੀਐ ਬਹੁਤ ਅਨੂਪ। ਜੁਗ ਜੁਗ ਅਟਲ ਚਵਰ ਛਤਰ, ਤਖਤ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ। ਕੁਲ ਖਲਕਤ ਦੇ ਰਹਿਨੁਮਾ, ਸਭ ਦੇ ਸਾਂਝੇ, ਸਭ ਦੇ ਪਿਆਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਅਤੀ ਪਿਆਰੀ, ਅਤੀ ਸਨਮਾਨਯੋਗ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਦੀਵਾ ਬਲੈ ਅੰਧੇਰਾ ਜਾਏ, ਜਿਹ ਮੰਦਰ ਦੀਪਕ ਪ੍ਰਗਾਸਿਆ। ਅੰਧਕਾਰ ਤਹਿ ਨਾਸ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦੇ ਅੰਦਰ ਗਿਆਨ ਖੰਡ ਦੀ ਇਹ ਪੌੜੀ, ਔਰ ਇਸ ਪੌੜੀ ਦੀ ਅਖੀਰਲੀ ਪੰਕਤੀ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਮਹਾਰਾਜ ਕਹਿੰਦੇ ਗਿਆਨ ਖੰਡ ਦੀ ਅਵਸਥਾ ਵਿੱਚ ਪਹੁੰਚ ਕੇ ਪਰਮਾਰਥ ਮਾਰਗ ਦਾ ਪਾਂਧੀ, ਉਹਦੇ ਅੰਦਰ ਬਹੁਤ ਤੀਖਣ ਔਰ ਬੜਾ ਹੀ ਤਤ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਹੈ ਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ। ਪਹਿਲੀ ਸਟੇਜ ਧਰਮ ਖੰਡ, ਦੂਸਰੀ ਅਵਸਥਾ
ਪਰਮਾਰਥ ਦੇ ਪਾਂਧੀ ਦੀ ਗਿਆਨ ਖੰਡ ਜਦੋਂ ਇਹਦੀ ਸੁਰਤ ਸਤਿਗੁਰੂ ਕਹਿੰਦੇ ਸ਼ਬਦ ਵਿੱਚ ਲੀਨ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹਦੇ ਅੰਤਰਾਤਮੇ ਸ਼ਬਦ ਦੀ ਬਰਕਤ ਸਦਕਾ ਪ੍ਰਭੂ ਦੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹਦੀ ਸਮਝ, ਇਹਦੀ ਸੋਚ ਤੋਂ ਪਰੇ ਇਹਨੂੰ ਸਾਰਾ ਕੁਝ ਗਿਆਨ ਖੰਡ ਵਿੱਚ ਜਾ ਕੇ ਦਿਸਦਾ ਏ, ਮਹਿਸੂਸ ਹੁੰਦਾ ਹੈ ਬਈ ਕਿਤਨੇ ਪ੍ਰਕਾਰ ਦੇ ਪਵਨ, ਪਾਣੀ ਤੇ ਅਗਨ ਦੇਵਤੇ ਹਨ, ਔਰ ਇਹ ਹਵਾ, ਪਾਣੀ, ਅੱਗ ਕਿੰਨੇ ਪ੍ਰਕਾਰ ਦੀ ਹੈ। ਕੇਵਲ 84 ਸਿੱਧ ਹੀ ਨਹੀਂ, 9 ਨਾਥ ਹੀ ਨਹੀਂ, ਕਿੰਨੇ ਹੀ ਸਿੱਧ ਔਰ ਕਿਤਨੇ ਹੀ ਨਾਥ ਹੋਰ ਹਨ। ਇੱਥੇ ਆ ਕੇ ਇਹਨੂੰ ਪਤਾ ਚੱਲਦਾ ਹੈ ਕਿ ਜਿਹੜੇ ਸ਼ਿਵ ਜੀ ਦੇ ਅਵਤਾਰ ਨੇ ਉਹ ਅਨੇਕਾਂ ਹਨ। ਬ੍ਰਹਮਾ ਵਿਸ਼ਨੂੰ ਜੀ ਦਾ ਵੀ ਇੱਕ ਅਵਤਾਰ ਨਹੀਂ, ਅਨੇਕਾਂ ਹਨ। ਸੋ ਇਹਦੀ ਸੋਚ ਦਾ ਦਾਇਰਾ ਸਤਿਗੁਰੂ ਕਹਿੰਦੇ ਬੜਾ ਇੱਥੇ ਵਿਸ਼ਾਲ ਹੁੰਦਾ ਹੈ। ਮਹਾਰਾਜ ਜੀ ਭਗਤ ਕਬੀਰ ਜੀ ਗੁਰੂ ਕੀ ਬਾਣੀ ਦੁਆਰਾ ਇਸੇ ਅਵਸਥਾ ਦਾ ਜ਼ਿਕਰ ਕਰਦੇ ਹੋਏ ਆਪਣੇ ਸ਼ਬਦਾਂ ਦੇ ਵਿੱਚ ਬਚਨ ਕਰਦੇ ਹਨ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਇਹ ਭਾਈ ਇੱਕ ਆਂਧੀ ਤੁਸਾਂ ਸਭ ਨੇ ਤੱਕੀ, ਝੱਖੜ ਹਨੇਰੀ, ਇੱਕ ਹਨੇਰੀ ਆਂਧੀ ਮਨੁੱਖ ਦੇ ਅੰਦਰ ਵੀ ਆਉਂਦੀ ਹੈ। ਜਦੋਂ ਇਹ ਗੁਰੂ ਦੇ ਨਾਲ ਜੁੜਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਇਹਦੇ ਅੰਦਰ ਗਿਆਨ ਦਾ ਝੱਖੜ, ਗਿਆਨ ਦੀ ਹਨੇਰੀ ਐਸੀ ਆਉਂਦੀ ਹੈ ਕਿ ਜਿਤਨੀਆਂ ਛੱਤਾਂ ਪਈਆਂ ਹੋਈਆਂ ਸਨ, ਛਪੜੀਆਂ ਭਰਮ ਦੀਆਂ, ਫਿਰ ਉਹ ਸਾਰੀਆਂ ਉਡਾ ਕੇ ਲੈ ਜਾਂਦੀਆਂ ਨੇ। ਹਰ ਸ਼ੰਕਾ, ਹਰ ਭਰਮ ਭੁਲੇਖਾ ਜਗਿਆਸੂ ਦੇ ਅੰਦਰੋਂ ਨਿਵਰਤ ਹੋ ਜਾਂਦਾ ਹੈ। ਕੋਈ ਸ਼ੰਕੇ ਦੀ ਗੁੰਜਾਇਸ਼ ਇਹਦੇ ਅੰਦਰ ਬਾਕੀ ਨਹੀਂ ਰਹਿੰਦੀ। ਅਕਾਲ ਪੁਰਖ ਪ੍ਰਤੀ, ਗੁਰੂ ਪਰਮੇਸ਼ਰ ਪ੍ਰਤੀ ਭਗਤ ਕਬੀਰ ਜੀ ਦਾ ਪਾਵਨ ਬਚਨ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ, ਤੇ ਹਨੇਰੀ ਸਾਰੀਆਂ ਛਪੜੀਆਂ ਨੂੰ ਉਡਾ ਕੇ ਲੈ ਗਈ। ਜਿਹੜੀਆਂ ਅੰਦਰ ਬਣਾਈਆਂ ਹੋਈਆਂ ਸਨ ਨਿੱਕੀਆਂ ਨਿੱਕੀਆਂ ਭਰਮ ਭੁਲੇਖੇ ਦੀਆਂ, ਰਹਿ ਉਡਾਨੀ, ਭ੍ਰਮ ਕੀ ਟਾਟੀ ਸਭੈ ਉਡਾਨੀ, ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ। ਇਹ ਭਰਮ ਦੀਆਂ ਛਪੜੀਆਂ ਜਿਹੜੀਆਂ ਮਾਇਆ ਨੇ ਬੰਨੀਆਂ ਸਨ, ਹੁਣ ਨਹੀਂ ਰਹੀਆਂ, ਫੇਰ ਨਹੀਂ ਰਹਿੰਦੀਆਂ। ਜਦੋਂ ਇਹਦੇ ਅੰਦਰ ਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਗਿਆਨ ਦੀ ਹਨੇਰੀ ਆਉਂਦੀ ਹੈ, ਇਹ ਹੈ ਗਿਆਨ ਖੰਡ ਦੀ ਅਵਸਥਾ। ਮਹਾਰਾਜ ਕਹਿੰਦੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਗਿਆਨ ਖੰਡ ਦੀ ਅਵਸਥਾ ਵਿੱਚ ਜਾ ਕੇ ਬੜਾ ਤੀਕਸ਼ਣ ਗਿਆਨ ਜਗਿਆਸੂ ਦੇ ਅੰਦਰ ਆਉਂਦਾ ਹੈ। ਜਦੋਂ ਇਹ ਉਹੀ ਗਿਆਨ ਲੁਕਾਈ ਦੇ ਸਾਹਮਣੇ ਪੇਸ਼ ਕਰਦਾ, ਦੁਨੀਆ ਕਹਿੰਦੀ ਮਗਜ ਮਾਰਦਾ,
ਵੱਡਾ ਗਿਆਨੀ ਆਇਆ। ਇਹੋ ਜਿਹੀਆਂ ਗੱਲਾਂ ਤੇ ਅਸੀਂ ਸੁਣੀਆਂ ਹੀ ਨਹੀਂ ਅੱਜ ਤੱਕ ਕਿਤੇ। ਇਹ ਨਵਾਂ ਹੀ ਗਿਆਨੀ ਜੰਮ ਪਿਆ, ਐਸਾ ਸੰਸਾਰ ਨੇ ਕਿਹਾ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਅੰਦਰ ਜਦੋਂ ਇਹ ਗਿਆਨ ਦੀ ਹਨੇਰੀ ਆਈ ਤਾਂ ਉਹਨਾਂ ਨੇ ਮੱਕੇ ਦੇ ਲੋਕਾਂ ਨੂੰ ਕਿਹਾ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਅੱਲਾ ਦਾ ਫਰਮਾਨ ਸੁਣਾਉਂਦਾ ਹਾਂ। ਹੁਣ ਜਿਹੜੇ ਅਗਿਆਨੀ ਲੋਕ ਸਨ ਉਹ ਕਿਵੇਂ ਸਮਝਣ ਪੈਗੰਬਰ ਸਾਹਿਬ ਦੀ ਬਾਤ ਨੂੰ। ਕਹਿੰਦੇ ਵੱਡੇ ਆਏ ਨੇ ਗਿਆਨੀ, ਆਏ ਨਹੀਂ ਚੁੱਪ ਕਰਨਾ ਇਹਨਾਂ ਨੇ। ਪੱਥਰ ਚੁੱਕੋ ਔਰ ਇਹਨਾਂ ਦੇ ਮਾਰੋ। ਉਹੀ ਕਾਬਾ ਸ਼ਰੀਫ, ਉਹੀ ਮੱਕਾ ਸ਼ਰੀਫ ਜਿੱਥੇ ਅੱਜ ਸਿਜਦੇ ਕਰਦੇ ਨੇ ਇਸਲਾਮ ਧਰਮ ਦੇ ਲੋਕ, ਉਸੇ ਮੱਕੇ ਦੀ ਧਰਤੀ ਦੇ ਉੱਪਰ ਕੋਈ ਸਮਾਂ ਸੀ ਜਦੋਂ ਪੈਗੰਬਰ ਸਾਹਿਬ ਦੇ ਉੱਪਰ ਵੀ ਪੱਥਰ ਚੁੱਕੇ ਗਏ ਔਰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਦੰਦ ਵੀ ਟੁੱਟਾ ਸੀ ਪੱਥਰ ਲੱਗ ਕੇ, ਕਿਉਂਕਿ ਤਾਲਮੇਲ ਨਹੀਂ ਸੀ ਬੈਠ ਰਿਹਾ ਜੋ ਪੈਗੰਬਰ ਸਾਹਿਬ ਬੋਲ ਰਹੇ ਸਨ। ਕਹਿਣ ਲੱਗੇ ਹੁਣ ਮੁਹੰਮਦ ਨਹੀਂ ਬੋਲਦਾ, ਮੁਹੰਮਦ ਦੇ ਅੰਦਰ ਖੁਦਾ ਬੋਲ ਰਿਹਾ। ਖੁਦਾ ਅੱਲਾ ਬੋਲਦਾ ਮੁਹੰਮਦ ਦੇ ਅੰਦਰ। ਤੇ ਅੱਲਾ ਦੀ ਗੱਲ ਸੁਣੋ, ਅੱਲਾ ਦੀ ਬਾਤ ਸੁਣੋ। ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ, ਕਿਸੇ ਦੀ ਸੁਣੀ, ਹੁਣ ਸਭ ਸੁਣ ਰਹੇ ਨੇ। ਕੋਈ ਸਮਾਂ ਸੀ ਬਨਾਰਸ ਦੀ ਧਰਤੀ, ਭਗਤ ਕਬੀਰ ਜੀ ਦੇ ਅੰਦਰ ਜਦੋਂ ਇਹ ਗਿਆਨ ਦੀ ਹਨੇਰੀ ਆਈ ਤੇ ਭਗਤ ਜੀ ਨੇ ਜਦੋਂ ਬਨਾਰਸ ਦੇ ਉਹਨਾਂ ਵਿਦਵਾਨ ਲੋਕਾਂ ਨੂੰ ਗਿਆਨ ਦਾ ਉਪਦੇਸ਼ ਦੇਣਾ ਚਾਹਿਆ, ਕਹਿੰਦੇ ਅੱਗੇ ਥੋੜ੍ਹੇ ਗਿਆਨੀ ਨੇ, ਇੱਥੇ ਨਵਾਂ ਹੀ ਗਿਆਨੀ ਜੰਮਿਆ। ਇਹ ਕਿਸੇ ਨੇ ਸੁਣਿਆ ਉਹਨਾਂ ਦਾ ਉਪਦੇਸ਼। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਹੀ ਰੱਬੀ ਗਿਆਨ ਦਾ ਇਜ਼ਹਾਰ ਆਪਣੇ ਬੋਲਾਂ ਰਾਹੀਂ ਕੀਤਾ, ਅਨੇਕਾਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਨੂੰ ਉਪਦੇਸ਼ ਨਹੀਂ ਦੇਣਾ ਦਿੱਤਾ ਗਿਆ। ਕਹਿਣ ਲੱਗੇ ਚਲੋ, ਚੱਲਦੇ ਬਣੋ, ਅੱਗੇ ਚੱਲੋ, ਸਾਡੇ ਪਿੰਡ ਵਿੱਚ ਤੁਹਾਡੇ ਲਈ ਕੋਈ ਥਾਂ ਨਹੀਂ। ਔਰ ਗੁਰੂ ਨਾਨਕ ਸਾਹਿਬ ਦੇ ਉੱਪਰ ਵੀ ਪੱਥਰ ਚੁੱਕੇ ਗਏ ਕਿਉਂਕਿ ਤਾਲਮੇਲ ਨਹੀਂ ਬੈਠ ਰਿਹਾ। ਸੋ ਮਹਾਰਾਜ ਕਹਿੰਦੇ ਗਿਆਨ ਖੰਡ ਦੀ ਅਵਸਥਾ ਵਿੱਚ ਪਹੁੰਚ ਕੇ ਜਗਿਆਸੂ ਦੇ ਅੰਦਰ ਬੜਾ ਪ੍ਰਚੰਡ, ਬੜਾ ਤੀਖਣ ਗਿਆਨ ਭਾਈ ਉਤਪੰਨ ਹੋ ਜਾਂਦਾ ਹੈ ਜੀ। ਮਹਾਰਾਜ ਕਹਿੰਦੇ ਇੱਥੇ ਪਹੁੰਚ ਕੇ ਆ ਤਿੰਨ ਬਖਸ਼ਿਸ਼ਾਂ ਹੁੰਦੀਆਂ ਨੇ ਗਿਆਨ ਖੰਡੀ ਦੇ ਉੱਪਰ। ਤਿੱਥੈ ਨਾਦ, ਵਿਨੋਦ, ਕੋਡ ਆਨੰਦ, ਤਿੰਨ ਬਖਸ਼ਿਸ਼ਾਂ। ਗਿਆਨ ਖੰਡ ਵਿੱਚ ਜਦੋਂ ਜਗਿਆਸੂ ਦੀ ਸੁਰਤ ਸ਼ਬਦ ਦੀ ਕਮਾਈ ਕਰਕੇ ਔਰ ਗੁਰੂ ਦੀ ਕਿਰਪਾ ਦੁਆਰਾ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਇੱਥੇ ਜੋ ਆਨੰਦ ਇਸ ਪਰਮਾਰਥ ਦੇ ਪਾਂਧੀ ਨੂੰ ਪ੍ਰਾਪਤ ਹੁੰਦਾ ਹੈ ਉਹ ਹੈ ਨਾਦ। ਨਾਦ ਕਹਿੰਦੇ ਨੇ ਸ਼ਰਵਣਾਨੰਦ। ਇਹਨੂੰ ਪੰਛੀਆਂ ਦੀ ਆਵਾਜ਼, ਸਾਈਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਕਬੂਤਰ ਦੀ ਗੁਟਰ ਗੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਦੇ ਵਿੱਚ ਇਹਨੂੰ ਸੁਣਨ ਲੱਗਦੀ ਹੈ।
ਗੁਟਰ ਗੂੰ ਨਹੀਂ ਸੁਣਦੀ, ਸੰਸਾਰ ਨੂੰ ਸੁਣਦੀ ਹੈ। ਗੁਟਰ ਗੂੰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਵਿੱਚ ਬਦਲ ਜਾਂਦੀ ਹੈ ਇੱਥੇ ਪਹੁੰਚ ਕੇ। ਇਹਨੂੰ ਕਹਿੰਦੇ ਨੇ ਨਾਦ, ਸ਼ਰਵਣਾਨੰਦ। ਪਰਮਾਤਮਾ ਦੇ ਬੋਲ, ਪ੍ਰਭੂ ਦੀ ਆਵਾਜ਼ ਕੁੱਲ ਕਾਇਨਾਤ ਵਿੱਚੋਂ ਇਹਨੂੰ ਸੁਣਾਈ ਦੇਣ ਲੱਗ ਜਾਂਦੀ ਹੈ, ਸ਼ਰਵਣਾਨੰਦ। ਫਿਰ ਸਹਿਜੇ ਸਹਿਜੇ ਜਿਸ ਦੀ ਆਵਾਜ਼ ਨੂੰ ਇਹਨੇ ਸੁਣਿਆ, ਉਸੇ ਦੇ ਦਰਸ਼ਨ ਇਹਨੂੰ ਪ੍ਰਾਪਤ ਹੁੰਦੇ ਨੇ। ਇਹਨੂੰ ਕਹਿੰਦੇ ਨੇ ਵਿਨੋਦ, ਦਰਸ਼ਨਾਨੰਦ। ਫਿਰ ਜਿਸ ਨੂੰ ਸੁਣਿਆ, ਜਿਹਦੇ ਦਰਸ਼ਨ ਹੋ ਰਹੇ ਨੇ ਸਾਹਮਣੇ, ਉਸੇ ਦੇ ਨਾਲ ਇਹਦੀ ਗਲਵੱਕੜੀ ਪੈਂਦੀ ਹੈ ਇਸ ਅਵਸਥਾ ਵਿੱਚ ਜਾ ਕੇ। ਫਿਰ ਸ਼ਰਵਣਾਨੰਦ, ਦਰਸ਼ਨਾਨੰਦ ਨਾਲੋਂ ਕੋਡ ਆਨੰਦ, ਕਰੋੜਾਂ ਗੁਣਾ ਵੱਧ ਇਹਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਗਿਆਨ ਖੰਡ ਵਿੱਚ ਪਹੁੰਚ ਕੇ ਗੁਰਮੁਖ ਭਗਤ ਜਨ, ਸੰਤ ਜਨਾਂ ਨੂੰ ਹੁਣ ਮਹਾਂਪੁਰਸ਼ ਕਹਿੰਦੇ ਵੀ ਇਹ ਤਿੰਨੇ ਤਿੰਨੇ ਬਖਸ਼ਿਸ਼ਾਂ ਨੇ ਇੱਕ ਪ੍ਰਮਾਣ ਹੈ। ਸੁਣੋ, ਕਿਸੇ ਮਾਪਿਆਂ ਦਾ ਕੋਈ ਬੱਚਾ ਗਵਾਚ ਗਿਆ, ਮਾਪੇ ਬਹੁਤ ਤੜਫ ਰਹੇ ਨੇ। ਕਿਸੇ ਆ ਕੇ ਦੱਸਿਆ ਵੀ ਤੁਹਾਡਾ ਬੱਚਾ ਤੇ ਉੱਥੇ ਹੈ, ਮੈਂ ਵੇਖਿਆ। ਬੱਚੇ ਦਾ ਉੱਥੇ ਹੋਣਾ ਸੁਣ ਕੇ ਮਾਪਿਆਂ ਨੂੰ ਚਾਅ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਕਹਿੰਦੇ ਨੇ ਸ਼ਰਵਣਾਨੰਦ। ਫਿਰ ਉਹੀ ਮਾਪੇ ਦੌੜ ਕੇ ਗਏ, ਸਾਹਮਣੇ ਤੱਕਿਆ ਵੀ ਸਾਡਾ ਬੱਚਾ ਬੈਠਾ ਹੈ। ਇਹ ਪਹਿਲਾਂ ਦੇ ਨਾਲੋਂ ਵੱਧ ਆਨੰਦ ਹੈ। ਪਹਿਲਾਂ ਤੇ ਕੇਵਲ ਸੁਣਿਆ, ਫਿਰ ਉਸੇ ਬੱਚੇ ਨੂੰ ਪ੍ਰਤੱਖ ਵੇਖਿਆ ਸਾਹਮਣੇ। ਇਹਨੂੰ ਕਹਿੰਦੇ ਨੇ ਦਰਸ਼ਨਾਨੰਦ। ਬੱਚੇ ਨੇ ਮਾਪਿਆਂ ਨੂੰ ਤੱਕਿਆ, ਮਾਪਿਆਂ ਨੇ ਬੱਚੇ ਨੂੰ, ਦੋਵੇਂ ਇੱਕ ਦੂਜੇ ਵੱਲ ਦੌੜੇ। ਫਿਰ ਜਦੋਂ ਮਾਪਿਆਂ ਨੇ ਬੱਚੇ ਨੂੰ ਗਲੇ ਲਾਇਆ ਔਰ ਉਹੀ ਵਿਛੜਿਆ ਬੱਚਾ ਮਾਪਿਆਂ ਦੇ ਗਲੇ ਲੱਗਾ, ਫਿਰ ਪਹਿਲੀਆਂ ਜਿਹੜੀਆਂ ਦੋ ਅਵਸਥਾਵਾਂ ਨੇ, ਉਹ ਤੋਂ ਕਿਤੇ ਵੱਧ ਇਸ ਗਲੇ ਮਿਲਣ ਦਾ ਆਨੰਦ ਹੈ। ਇਹਨੂੰ ਕਹਿੰਦੇ ਨੇ ਕਰੋੜਾਂ ਗੁਣਾ ਆਨੰਦ ਵੱਧ। ਸੋ ਮਹਾਰਾਜ ਕਹਿੰਦੇ ਤਿੱਥੈ ਨਾਦ, ਪਹਿਲਾਂ ਤੇ ਇੱਥੇ ਨਾਦ ਸ਼ਰਵਣਾਨੰਦ ਹੈ। ਬ੍ਰਹਮ ਦੇ ਬੋਲ, ਪਰਮਾਤਮਾ ਦੀ ਆਵਾਜ਼ ਇਹਨੂੰ ਕੁੱਲ ਕਾਇਨਾਤ ਵਿੱਚੋਂ ਸੁਣਾਈ ਦਿੰਦੀ ਹੈ। ਫਿਰ ਜਿਸ ਦੀ ਆਵਾਜ਼ ਸੁਣਦਾ ਉਸੇ ਦੀ ਝਲਕ ਇਹਨੂੰ ਪ੍ਰਾਪਤ ਹੁੰਦੀ ਹੈ, ਦਰਸ਼ਨਾਨੰਦ। ਫਿਰ ਜਿਹਦੀ ਝਲਕ ਪ੍ਰਾਪਤ ਹੋਈ, ਉਹੀ ਸਾਈਂ ਸਤਿਗੁਰੂ ਇਹਨੂੰ ਆਪਣੀ ਗਲਵੱਕੜੀ ਵਿੱਚ ਜਦੋਂ ਲੈ ਲੈਂਦੇ ਨੇ, ਫਿਰ ਦੋ ਜਿਹੜੀਆਂ ਪਹਿਲੀਆਂ ਅਵਸਥਾਵਾਂ ਨੇ, ਇਹ ਤੋਂ ਕਿਤੇ ਵੱਧ ਕੇ ਇਹਦਾ ਰਸ ਔਰ ਆਨੰਦ ਜਗਿਆਸੂ ਨੂੰ ਪ੍ਰਾਪਤ ਹੁੰਦਾ। ਇਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ। ਤਿੱਥੈ ਕਿੱਥੇ? ਗਿਆਨ ਖੰਡ ਵਿੱਚ। ਤਿੱਥੈ ਨਾਦ, ਵਿਨੋਦ, ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ। ਤੀਸਰੀ ਸਟੇਜ, ਤੀਜੀ ਅਵਸਥਾ ਹੈ ਸਰਮ ਖੰਡ ਦੀ। ਸਰਮ ਦਾ ਅਰਥ ਹੈ ਹਿਆ, ਸ਼ਰਮ। ਸਰਮ ਦਾ ਅਰਥ ਮਿਹਨਤ, ਮੁਸ਼ੱਕਤ। ਸਰਮ ਖੰਡ ਦੀ ਅਵਸਥਾ ਵਿੱਚ ਪਹੁੰਚ ਕੇ ਜਗਿਆਸੂ ਜਨ ਦੇ ਅੰਦਰ ਐਸੀ ਸੋਚ ਉਤਪੰਨ ਹੁੰਦੀ ਹੈ ਕਿ ਹੁਣ ਐਸਾ ਕੋਈ ਕੰਮ
ਮੈਥੋਂ ਨਾ ਹੋਵੇ, ਜਿਹਦੇ ਨਾਲ ਮੈਨੂੰ ਸ਼ਰਮ ਮਹਿਸੂਸ ਕਰਨੀ ਪਵੇ। ਇੱਥੇ ਆ ਕੇ ਖੋਟੇ ਕਰਮਾਂ ਵੱਲੋਂ ਪੂਰਨ ਤੌਰ 'ਤੇ ਇਹਦਾ ਮਨ ਪਿੱਛੇ ਹਟ ਜਾਂਦਾ ਹੈ ਔਰ ਸਰਮ ਖੰਡ ਦੀ ਅਵਸਥਾ ਵਿੱਚ ਪਹੁੰਚ ਕੇ ਸਰਮ ਖੰਡ ਕੀ ਬਾਣੀ ਰੂਪ ਕਹੀਏ ਬਿਲਕੁਲ ਨਿਰਮਲ ਸਵੱਛ ਸਫਾਈ ਰੂਪ ਸਰਮ ਖੰਡ ਦੀ ਸਟੇਜ ਦੇ ਵਿੱਚ ਪਹੁੰਚ ਕੇ ਜਗਿਆਸੂ ਦੇ ਅੰਦਰੋਂ ਸਤਿਗੁਰੂ ਕਹਿੰਦੇ ਹਰ ਪ੍ਰਕਾਰ ਦਾ ਛਲ ਕਪਟ ਪੂਰਨ ਤੌਰ 'ਤੇ ਇਹਦੇ ਅੰਦਰੋਂ ਨਿਵਰਤ ਹੁੰਦਾ ਚਲਿਆ ਜਾਂਦਾ ਹੈ। ਔਰ ਇਹਦੀ ਜਿਹੜੀ ਬਾਣੀ ਹੈ, ਇਹਦੇ ਜਿਹੜੇ ਬੋਲ ਨੇ ਬੜੀ ਸਫਾਈ ਵਾਲੇ ਹੋ ਜਾਂਦੇ ਨੇ। ਇਹਦੇ ਬੋਲਾਂ ਨੂੰ ਸੁਣ ਕੇ ਸੁਣਨ ਵਾਲੇ ਦੇ ਅੰਦਰ ਇੱਕ ਅਜੀਬ ਕਿਸਮ ਦਾ ਰਸ ਆਨੰਦ ਉਤਪੰਨ ਹੁੰਦਾ ਹੈ ਔਰ ਸਰਮ ਖੰਡ ਦੀ ਅਵਸਥਾ ਵਿੱਚ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਬਚਨ ਸੁਣ ਕੇ ਚੋਰ ਵੀ ਸਾਧ ਬਣ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਸਰਮ ਖੰਡ ਕੀ ਬਾਣੀ ਰੂਪ ਕਾੜਤ ਘੜੀਐ ਬਹੁਤ ਅਨੂਪ। ਇੱਥੇ ਪਹੁੰਚ ਕੇ ਬਹੁਤ ਉਪਮਾ ਤੋਂ ਰਹਿਤ ਨਾਮ ਰੂਪੀ ਜਿਹੜਾ ਗਹਿਣਾ ਹੈ ਉਹਦੀ ਘਾੜਤ ਜਗਿਆਸੂ ਜਨ ਘੜਦੇ ਹਨ। ਤਾਂ ਕੀਆਂ ਗੱਲਾਂ ਕਥਿਆ ਨਾ ਜਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਦੁਬਾਰਾ ਪੜ੍ਹੀਏ ਜੀ ਪੰਗਤੀ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਅਨੂਪ ਕਹੀਏ ਜਿਹਦੀ ਉਪਮਾ ਨਾ ਹੋ ਸਕੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਗਹਿਣੇ ਦੀ ਘਾੜਤ ਇੱਥੇ ਜਾ ਕੇ ਜਗਿਆਸੂ ਬਹੁਤ ਘੜਦਾ ਹੈ ਜੀ। ਸਰਮ ਖੰਡੀ ਦੀ ਅਵਸਥਾ ਜਿਹੜੀ ਹੈ, ਇਹਨਾਂ ਦੀਆਂ ਫਿਰ ਜਿਹੜੀਆਂ ਗੱਲਾਂ ਨੇ ਬਾਤਾਂ ਨੇ ਉਹ ਕਥਨ ਤੋਂ ਪਰੇ ਹੋ ਜਾਂਦੀਆਂ ਨੇ, ਕਈਆਂ ਨਹੀਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ। ਇਸ ਅਵਸਥਾ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਬਾਬਤ ਅਗਰ ਕੋਈ ਹੰਕਾਰ ਕਰਕੇ ਦਾਵਾ ਕਰਕੇ ਕਹੇ ਕਿ ਮੈਂ ਜਾਣਦਾ ਇਹ ਕਿੱਥੋਂ ਤੱਕ ਪਹੁੰਚੇ ਹੋਏ ਨੇ, ਤੇ ਮਹਾਰਾਜ ਕਹਿੰਦੇ ਫਿਰ ਕਹਿਣ ਵਾਲੇ ਨੂੰ ਇੱਕ ਦਿਨ ਪਛਤਾਉਣਾ ਪੈਂਦਾ ਹੈ, ਕਿਉਂਕਿ ਇਹ ਜਿਹੜੀ ਅਵਸਥਾ ਹੈ ਇਹ ਵੀ ਫਿਰ ਬੜੀ ਕਥਨ ਤੋਂ ਪਰੇ ਹੈ ਭਾਈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇੱਥੇ ਜਾ ਕੇ ਚਾਰ ਚੀਜ਼ਾਂ ਦੀ ਘਾੜਤ ਮੁਕੰਮਲ ਘੜ ਲੈਂਦਾ ਹੈ ਜਗਿਆਸੂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇੱਥੇ ਜਾ ਕੇ ਸੁਰਤ ਦੀ ਘਾੜਤ, ਮਨ ਦੀ ਘਾੜਤ, ਮਤ ਦੀ ਘਾੜਤ ਔਰ ਬੁੱਧ ਦੀ ਘਾੜਤ ਘੜਦਾ ਹੈ ਜਗਿਆਸੂ ਗੁਰੂ ਦੀ ਕਿਰਪਾ ਸਦਕਾ। ਇਸ ਅਵਸਥਾ ਵਿੱਚ ਜਾ ਕੇ ਮਨ ਇੱਕਦਮ ਮੁਕੰਮਲ ਤੌਰ 'ਤੇ ਵਸ ਵਿੱਚ ਆਉਂਦਾ ਹੈ, ਇਦੋਂ ਪਹਿਲਾਂ ਨਹੀਂ। ਧਰਮ ਖੰਡ ਵਿੱਚ ਅਜੇ ਸ਼ੁਰੂਆਤ ਹੈ, ਗਿਆਨ ਖੰਡ ਦੀ ਅਵਸਥਾ ਅਗਲੀ ਸਟੇਜ। ਆਪਾਂ ਕਹਿੰਦੇ ਮਨ ਨਹੀਂ ਟਿਕਦਾ, ਸਤਿਗੁਰੂ ਕਹਿੰਦੇ ਤੀਜੀ ਅਵਸਥਾ ਵਿੱਚ ਟਿਕਦਾ ਮੁਕੰਮਲ ਤੌਰ 'ਤੇ। ਐਵੇਂ ਹੀ ਨਾ ਸਮਝੋ ਮਨ
ਵਸ ਆਵੇ ਨਾਨਕ, ਜੇ ਪੂਰਨ ਕਿਰਪਾ ਹੋਏ। ਇੱਥੇ ਆ ਕੇ ਪੂਰਨ ਕਿਰਪਾ ਗੁਰੂ ਪਰਮੇਸ਼ਰ ਦੀ ਇਸ ਜੀਵ ਉੱਪਰ, ਜਗਿਆਸੂ ਉੱਪਰ, ਗੁਰਮੁਖ ਉੱਪਰ, ਸੰਤ ਭਗਤ ਉੱਪਰ ਹੋ ਜਾਇਆ ਕਰਦੀ ਹੈ। ਇੱਥੇ ਜਗਿਆਸੂ ਦਾ ਮਨ ਮੁਕੰਮਲ ਤੌਰ ਤੇ ਟਿਕਦਾ ਹੈ। ਸ਼ਬਦ ਦੇ ਅੰਦਰ, ਮਤ ਦੇ ਅੰਦਰੋਂ ਅਨੇਕਾਂ ਪ੍ਰਕਾਰ ਦੀਆਂ ਚਿਤਵਨੀਆਂ ਜਿਹੜੀਆਂ ਚਿਤਵਦਾ ਰਹਿੰਦਾ ਸੀ, ਹਰ ਫੁਰਨਾ ਇੱਥੇ ਆ ਕੇ ਮੁੱਕ ਜਾਂਦਾ ਹੈ। ਇਹ ਇੱਕ ਅਫੁਰ ਅਵਸਥਾ ਹੈ। ਸਤਿਗੁਰੂ ਕਹਿੰਦੇ ਜਿੱਥੇ ਤਮਾਮ ਫੁਰਨਿਆਂ ਦਾ ਨਾਸ਼ ਹੋ ਜਾਂਦਾ ਹੈ, ਇਸ ਤੀਸਰੀ ਅਵਸਥਾ ਵਿੱਚ ਪਹੁੰਚ ਕੇ, ਔਰ ਜਿਹੜੀ ਬੁੱਧ ਦੀ ਘਾੜਤ ਹੈ, ਬੁੱਧ ਪਕੜ ਕਰਦੀ ਹੈ ਸਹੀ ਔਰ ਗਲਤ ਦੀ ਨਿਰਣਾ ਕਰਨ ਲੱਗ ਜਾਂਦੀ ਹੈ। ਇੱਥੇ ਆ ਕੇ ਸਰਮਖੰਡ ਦੀ ਅਵਸਥਾ ਵਿੱਚ ਚਾਰ ਚੀਜ਼ਾਂ ਦੀ ਮੁਕੰਮਲ ਘਾੜਤ ਸਰਮਖੰਡ ਵਿੱਚ ਆ ਕੇ ਭਾਈ ਜਗਿਆਸੂ ਜਨ ਘੜ ਲੈਂਦੇ ਹਨ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਇੱਥੇ ਆ ਕੇ ਜਗਿਆਸੂ ਘਾੜਤ ਘੜਦਾ ਹੈ ਸੁਰਾਂ ਸਿੱਧਾਂ ਕੀ ਸੁਧ। ਇਹਨੂੰ ਸੋਝੀ ਹੁੰਦੀ ਹੈ ਇਸ ਅਵਸਥਾ ਵਿੱਚ ਆ ਕੇ ਬਈ ਦੇਵਤੇ ਕਿਵੇਂ ਬਣਦੇ ਹਨ ਔਰ ਸਿੱਧ ਕਿਵੇਂ ਇਸ ਪਦਵੀ ਤੱਕ ਪਹੁੰਚਦੇ ਨੇ। ਅਸਲ ਵਿੱਚ ਸਿੱਧ ਕੌਣ ਹੈ ਭਾਈ? ਕਰਮਖੰਡ ਕੀ ਬਾਣੀ ਜੋ। ਇਸ ਤੋਂ ਅਗਲੀ ਅਵਸਥਾ ਬੜੀ ਬਖਸ਼ਿਸ਼ ਦੀ ਅਵਸਥਾ, ਇਹ ਹੈ ਕਰਮ ਖੰਡ। ਕਰਮ ਫਾਰਸੀ ਵਿੱਚ ਕਹਿੰਦੇ ਨੇ ਕਿਰਪਾ ਨੂੰ, ਬਖਸ਼ਿਸ਼ ਨੂੰ। ਇਹ ਮੁਕੰਮਲ ਰੱਬ ਦੀ ਬਖਸ਼ਿਸ਼ ਦਾ ਖੰਡ ਹੈ ਜਿਹਨੂੰ ਕਹਿੰਦੇ ਨੇ ਕਰਮ ਖੰਡ। ਇੱਥੇ ਆ ਕੇ ਜਗਿਆਸੂ ਦੇ ਬੋਲ ਸਧਾਰਨ ਬੋਲ ਨਹੀਂ ਰਹਿੰਦੇ। ਉਹਦਾ ਇੱਕ ਇੱਕ ਬੋਲਿਆ ਹੋਇਆ ਬਚਨ ਜਗਤ ਪ੍ਰਵਾਨ ਕਰਦਾ ਹੈ। ਉਹਦੇ ਬੋਲੇ ਹੋਏ ਬੋਲ ਅਮੋਲਕ ਬਚਨ ਕਹਿਲਾਉਂਦੇ ਨੇ। ਇੱਥੇ ਆ ਕੇ ਜਗਿਆਸੂ ਦੀ ਬਾਣੀ ਵਿੱਚ, ਉਹਦੇ ਬੋਲਾਂ ਵਿੱਚ ਬੜਾ ਜ਼ੋਰ ਆ ਜਾਂਦਾ ਹੈ। ਟੁੱਟੀ ਹੋਈ ਸੁਰਤ ਇੱਕ ਬਚਨ ਨਾਲ ਇੱਥੇ ਪਹੁੰਚਿਆ ਹੋਇਆ ਜਗਿਆਸੂ ਕਿਸੇ ਦੀ ਜੋੜ ਸਕਦਾ, ਕਿਉਂਕਿ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ। ਇਹ ਅਵਸਥਾ ਹੈ ਕਰਮ ਖੰਡ ਦੀ। ਕਰਮ ਖੰਡ ਕੀ ਬਾਣੀ ਜੋਰ। ਕਿੰਨਾ ਹੀ ਮੈਂ ਬੋਲਾਂ, ਨਹੀਂ ਅਸਰ ਕਬੂਲਣਾ ਕਿਸੇ ਨੇ। ਪਰ ਜਿਸ ਨੇ ਕਮਾਈ ਕੀਤੀ, ਭਗਤ ਨੇ, ਮਹਾਂਪੁਰਸ਼ ਨੇ, ਇੱਕ ਬੋਲ ਬੋਲੇਗਾ ਭਾਈ ਅੰਮ੍ਰਿਤ ਛਕ ਲੋ, ਜਗਿਆਸੂ ਨਾ ਹੀ ਨਹੀਂ ਕਰ ਸਕੇਗਾ। ਸਤ ਬਚਨ ਜੀ, ਬੋਲਾਂ ਵਿੱਚ ਤਾਕਤ, ਸ਼ਕਤੀ, ਜ਼ੋਰ। ਜੋ ਨੇ ਮੁਖੋਂ ਕਹਿ ਦਿੱਤਾ ਉਹ ਫਿਰ ਬਚਨ ਟਲਦਾ ਨਹੀਂ। ਭਾਈ ਲੱਖੂ ਜੀ ਦੀ ਤਰ੍ਹਾਂ, ਬੁੱਧੂ ਤੇਰਾ ਆਵਾ ਕੱਚਾ ਕੱਚਾ ਕੱਚਾ, ਤੇ ਆਵਾ ਕੱਚਾ ਹੀ ਰਿਹਾ। ਬੋਲਾਂ ਦੇ ਵਿੱਚ ਤਾਕਤ, ਸ਼ਕਤੀ, ਜ਼ੋਰ, ਤਾਣ ਆ ਜਾਂਦਾ ਇਸ ਅਵਸਥਾ ਵਿੱਚ। ਸਤਿਗੁਰੂ ਕਹਿੰਦੇ ਪਹੁੰਚ ਕੇ ਕਰਮ ਖੰਡ ਕੀ ਬਾਣੀ ਜੋਰ। ਇੱਥੇ ਪਹੁੰਚ ਕੇ ਕੋਈ ਫੁਰਨਾ ਨਹੀਂ, ਕਿਸੇ ਕਿਸਮ ਦਾ ਸੰਕਲਪ ਵਿਕਲਪ ਨਹੀਂ। ਕੇਵਲ ਤੇ ਕੇਵਲ ਇੱਕ ਸ਼ਬਦ ਨਾਲ ਸੁਰਤ
ਮੁਕੰਮਲ ਜੁੜ ਕੇ ਸ਼ਬਦ ਵਿੱਚ ਹੀ ਲੀਨ ਹੁੰਦੀ ਹੈ ਜੀ। ਤਿੱਥੈ ਹੋਰ ਨਾ ਕੋਈ ਹੋਰ, ਇੱਕ ਰੱਬ ਤੋਂ ਬਿਨਾ, ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾ, ਉਹਦੇ ਵਿੱਚ ਅਭੇਦਤਾ ਤੋਂ ਬਿਨਾ ਇੱਥੇ ਕੋਈ ਇੱਛਾ ਨਹੀਂ ਰਹਿੰਦੀ। ਹਰ ਮਨ ਦਾ ਫੁਰਨਾ ਇੱਥੇ ਆ ਕੇ ਭਾਈ ਅਭਾਵ ਹੁੰਦਾ ਹੈ। ਹਰ ਇੱਛਾ ਅੰਦਰੋਂ ਮੁੱਕ ਜਾਂਦੀ ਹੈ, ਕੇਵਲ ਇੱਕ ਇੱਛਾ ਰਹਿੰਦੀ ਹੈ, ਇਹ ਵਾਹਿਗੁਰੂ ਆਪਣੇ ਵਿੱਚ ਮੇਲ ਲਵੋ ਜੀ। ਜੋਤ ਮਹਾਬਲ ਸੂ। ਹੁਣ ਇੱਥੇ ਪਹੁੰਚਦੇ ਕੌਣ ਨੇ? ਮਹਾਰਾਜ ਕਹਿੰਦੇ ਇੱਥੇ ਯੋਧੇ, ਮਹਾਬਲੀ ਔਰ ਸੂਰਮੇ ਲੋਕ ਪਹੁੰਚਦੇ ਨੇ। ਯੋਧਾ ਹੈ ਜਗਿਆਸੂ, ਜਿਹਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਆਲਸ ਵੱਲੋਂ ਆਪਣੇ ਮਨ ਨੂੰ ਹਟਾਇਆ ਔਰ ਗੁਰੂ ਕੇ ਬਚਨਾਂ ਨੂੰ ਸੁਣ ਕੇ ਧਰਮ ਖੰਡ ਵਿੱਚ ਪਹੁੰਚ ਕੇ ਉਹਨੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਇਹਨੂੰ ਕਹਿੰਦੇ ਨੇ ਯੋਧਾ, ਜਗਿਆਸੂ। ਮਹਾਬਲੀ, ਬੜੇ ਤਕੜੇ ਜਿਹੜੇ ਮਹਾਬਲੀ ਹੁੰਦੇ ਨੇ, ਜਿਹਦੇ ਵਿੱਚ ਬੜੀ ਸ਼ਕਤੀ ਹੋਵੇ, ਸੋ ਕਹੀਏ ਮਹਾਬਲੀ। ਸੂਰਮਾ, ਮਹਾਬਲੀ ਜਿਹੜਾ ਅਨੇਕਾਂ ਨਾਲ ਲੜੇ, ਔਰ ਸੂਰਮਾ ਜਿਹੜਾ ਅਤਿਰਥੀ ਹੋਵੇ, ਅਣਗਿਣਤਾਂ ਦੇ ਨਾਲ ਲੜੇ। ਯੋਧਾ ਜਿਹੜਾ 1000 ਦੇ ਨਾਲ ਮੁਕਾਬਲਾ ਕਰ ਲਵੇ। ਮਹਾਬਲੀ 10,000 ਨਾਲ ਇਕੱਲਾ ਟੱਕਰ ਲਵੇ। ਔਰ ਸੂਰਮਾ ਲੱਖਾਂ ਦੇ ਨਾਲ ਲੜ ਕੇ ਜੂਝ ਜਾਵੇ, ਉਹਨੂੰ ਕਹਿੰਦੇ ਨੇ ਸੂਰਮਾ। ਸੂਰਮਾ ਕਹੀਏ ਸੰਤ, ਭਗਤ, ਮਹਾਪੁਰਸ਼ ਇਸ ਅਵਸਥਾ ਵਿੱਚ ਪਹੁੰਚਦੇ ਹਨ ਭਾਈ। ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਜਿਹਨੂੰ ਵਾਹਿਗੁਰੂ ਜੀ ਦਾ ਪ੍ਰੇਮ ਲੱਗ ਜਾਂਦਾ ਇਸ ਯੁੱਗ ਦੇ ਅੰਦਰ ਭਾਈ, ਉਸੇ ਨੂੰ ਸੂਰਮਾ ਕਹੀਦਾ ਹੈ। ਔਰ ਸੂਰਮੇ ਨੇ ਸੰਤ, ਭਗਤ, ਗੁਰਮੁਖ ਜਨ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਇੱਥੇ ਭਾਈ ਗੁਰਮੁਖ ਜਨ, ਭਗਤ ਜਨ, ਸੰਤ ਜਨ ਹੀ ਪਹੁੰਚਦੇ ਹਨ। ਆਪਾਂ ਤਸਵੀਰ ਵੇਖਦੇ ਹਾਂ, ਹਨੂਮਾਨ ਜੀ ਨੇ ਆਪਣਾ ਸੀਨਾ ਫਾੜਿਆ ਔਰ ਉਹਦੇ ਵਿੱਚੋਂ ਸ੍ਰੀ ਰਾਮ ਜੀ ਦੇ ਦਰਸ਼ਨ ਕਰਵਾਏ। ਵੇਖਦੇ ਹਾਂ ਆਪਾਂ ਇਸ ਅਵਸਥਾ ਵਿੱਚ ਪਹੁੰਚ ਕੇ ਗੁਰਮੁਖ ਦੇ ਰੋਮ ਰੋਮ ਵਿੱਚ ਰਾਮ ਸਮਾ ਜਾਂਦਾ ਹੈ। ਇਹ ਅਵਸਥਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ। ਉਹਦੇ ਕਣ ਕਣ ਦੇ ਵਿੱਚ ਰਾਮ ਸਮਾ ਜਾਂਦਾ ਹੈ। ਪੂਰੀ ਕਾਇਆ ਵਿੱਚ ਰਾਮ ਦਾ ਹੀ ਵਾਸਾ, ਉਸੇ ਦਾ ਹੀ ਸ਼ਬਦ ਰੋਮ ਰੋਮ ਦੇ ਵਿੱਚੋਂ ਗੂੰਜਦਾ ਹੈ ਅੱਠੇ ਪਹਿਰ। ਵਾਹੇ ਗੁਰੂ 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 ਵਾਹੇ ਗੁਰੂ। ਤਿੰਨ ਮਹਿ ਉਹਨਾਂ ਦੇ ਵਿੱਚ, ਕਿੰਨਾਂ ਵਿੱਚ ਜਿਹੜੇ ਕਰਮ ਖੰਡੀ ਹਨ। ਤਿੰਨ ਮਹਿ ਰਾਮ ਰਹਿਆ ਭਰਪੂਰ। ਬਿਲਕੁਲ ਸਹੀ ਪੜਿਆ ਗੁਰੂ ਕੇ ਵਜ਼ੀਰ ਸਾਹਿਬ ਜੀ ਨੇ।
ਇਹਨੂੰ ਸੀਤੋ ਸੀਤਾ ਪੜ੍ਹਦੇ ਨੇ ਆਮ ਅਸੀਂ ਲੋਕ। ਇਹ ਹੈ ਅਸਲ ਉਚਾਰਨ ਜੋ ਆਪਨੇ ਹੁਣ ਸੁਣਿਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਇੱਥੇ ਪਹੁੰਚ ਕੇ ਜਗਿਆਸੂ ਦਾ ਮਨ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮੁਕੰਮਲ ਤੌਰ ਤੇ ਸੀਤਾ ਜਾਂਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਤਾਕੇ ਰੂਪ ਨ ਕਥਨੇ ਜਾਹੇ। ਫਿਰ ਜਿਹੜੇ ਕਰਮ ਖੰਡੀ ਨੇ ਭਾਈ, ਉਹਨਾਂ ਦੇ ਰੂਪ ਅਕਾਥ ਹੋ ਜਾਂਦੇ ਨੇ। ਉਹਨਾਂ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ। ਨਾ ਉਹ ਮਰਗੇ ਨਾ ਠਾਗੇ ਜਾਹੇ। ਨਾ ਉਹ ਮਰਦੇ ਨੇ, ਫਿਰ ਨਾ ਉਹ ਠੱਗੇ ਜਾਂਦੇ ਹਨ ਮਾਇਆ ਕਰਕੇ। ਇਹ ਉਹ ਅਵਸਥਾ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਇਹ ਉਹ ਅਵਸਥਾ ਹੈ ਓਏ ਜੀਵੰਦਿਆਂ ਵਿਛੜ ਹੈ, ਓਏ ਮੋਇਆ ਨਾ ਜਾਹੀ ਛੋੜ। ਇਹ ਉਹ ਅਵਸਥਾ ਹੈ ਮੌਤ ਤੋਂ ਰਹਿਤ ਹੋ ਜਾਂਦੇ ਨੇ। ਉਹ ਸੰਤ ਜਨ, ਉਹ ਗੁਰਮੁਖ ਜਨ ਧਨ ਸ਼ਹੀਦ ਬਾਬਾ ਦੀਪ ਸਿੰਘ ਜੀ, ਧਨ ਸ਼ਹੀਦ ਭਾਈ ਮਨੀ ਸਿੰਘ ਜੀ, ਧਨ ਸ਼ਹੀਦ ਭਾਈ ਤਾਰੂ ਸਿੰਘ ਜੀ, ਧਨ ਸ਼ਹੀਦ ਭਾਈ ਸਤੀ ਦਾਸ ਜੀ, ਧਨ ਸ਼ਹੀਦ ਭਾਈ ਦਿਆਲਾ ਜੀ। ਮੌਤ ਤੋਂ ਰਹਿਤ ਹੋ ਗਏ, ਮ੍ਰਿਤੂ ਤੋਂ ਪਰੇ ਹੋ ਗਏ, ਅਮਰ ਹੋ ਗਏ। ਨਾ ਉਹੇ ਮਰ ਹੈ ਨਾ ਠਾਗੇ ਜਾਹੇ। ਜਿਨ ਕੈ ਰਾਮ ਵਸੈ ਮਨ ਮਾਹਿ। ਜਿਨ੍ਹਾਂ ਦੇ ਮਨ ਵਿੱਚ ਭਾਈ ਰਾਮ ਵਸ ਜਾਂਦਾ ਹੈ, ਇਸ ਕਰਮ ਖੰਡ ਦੀ ਅਵਸਥਾ ਵਿੱਚ ਜਾ ਕੇ ਜਿਹੜੇ ਗੁਰਮੁਖ ਰੋਮ ਰੋਮ ਕਰਕੇ ਵਾਹਿਗੁਰੂ ਜੀ ਨੂੰ ਧਿਆਉਂਦੇ ਹਨ। ਸਮੇਂ ਦੀ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।